ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਸੋ ਆइए ਅਸੀਂ ਅੱਜ ਦਾ ਇਸ ਕਲਾਸ ਦੇ ਵਿੱਚ ਅਧਿਆਇ 3 ਪ੍ਰਭੂ ਯਿਸੂ ਨੇ ਅਜ਼ਮਾਇਸ਼ਾਂ ਦਾ ਸਾਹਮਣਾ ਕੀਤਾ, ਇਸ ਦੇ ਬਾਰੇ ਪੜਾਂਗੇ। ਜਿਸ ਦਾ ਮਤਲਬ ਪ੍ਰਭੂ ਯਿਸੂ ਮਸੀਹ ਨੇ ਆਪਣੇ ਬਪਤਿਸਮੇ ਤੋਂ ਬਾਅਦ 3 ਵੱਖ-ਵੱਖ ਪ੍ਰੀਖਿਆ ਦੇ ਵਿੱਚ ਗਿਆ ਸੀ। ਜਦੋਂ ਪ੍ਰਭੂ ਯਿਸੂ ਮਸੀਹ ਨੂੰ ਰੂਹ ਉਜਾੜ ਦੇ ਵਿੱਚ ਲੈ ਗਏ ਅਤੇ ਉੱਥੇ ਸ਼ੈਤਾਨ ਨੇ 3 ਤਰ੍ਹਾਂ ਦੀ ਪ੍ਰੀਖਿਆ ਕੀਤੀ, ਉਸ ਦੇ ਬਾਰੇ ਅੱਜ ਦਾ ਇਸ ਅਧਿਆਇ ਦੇ ਵਿੱਚ ਪੜਾਂਗੇ। ਇਸ ਅਧਿਆਇ ਦੇ ਵਿੱਚ ਅਸੀਂ ਵੱਖ-ਵੱਖ ਟੌਪਿਕ ਦੇ ਬਾਰੇ ਮਨੋਚਿੰਤਨ ਕਰਾਂਗੇ, ਜਿਸ ਤਰ੍ਹਾਂ ਪ੍ਰਭੂ ਯਿਸੂ ਦੇ ਸੇਵਕਾਈ ਤੋਂ ਪਹਿਲਾਂ ਤਿਆਰੀ, ਪ੍ਰਭੂ ਯਿਸੂ ਦਾ ਪ੍ਰੀਖਿਆ ਜਾਣਾ, ਪ੍ਰਭੂ ਯਿਸੂ ਦੀ ਪਹਿਲੀ ਅਜ਼ਮਾਇਸ਼, ਪ੍ਰਭੂ ਯਿਸੂ ਦੀ ਦੂਜੀ ਅਜ਼ਮਾਇਸ਼, ਪ੍ਰਭੂ ਯਿਸੂ ਦੀ ਤੀਜੀ ਅਜ਼ਮਾਇਸ਼, ਪ੍ਰਭੂ ਯਿਸੂ ਦੇ ਅਜ਼ਮਾਇਸ਼ਾਂ ਦਾ ਸਾਡੇ ਜੀਵਨ ਵਿੱਚ ਮਹੱਤਵ ਅਤੇ ਆਖਿਰ ਵਿੱਚ ਵਚਨ ਤੇ ਆਧਾਰਿਤ ਜੀਵਨ। ਸੋ ਇਹਨਾਂ 7 ਟੌਪਿਕ ਦੇ ਬਾਰੇ ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਪੜਾਂਗੇ। ਸੋ ਪਿਆਰੇ ਬੱਚਿਓ, ਤੁਸੀਂ ਵੀ ਤੁਹਾਡੀ ਕਿਤਾਬ ਦੇ ਵਿੱਚ ਦੇਖ ਸਕਦੇ ਹੋ ਤੇ ਪੜ੍ਹਨ ਦੇ ਨਾਲੋਂ ਨਾਲ ਤੁਸੀਂ ਜੋ ਵੀ ਸਿੱਖਿਆ ਇਸ ਅਧਿਆਇ ਦੇ ਰਾਹੀਂ, ਇਸ ਕਲਾਸ ਦੇ ਰਾਹੀਂ ਪ੍ਰਾਪਤ ਕਰੋਗੇ, ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਵੀ ਕਰਨਾ, ਫਿਰ ਤੋਂ ਤਾਲੀਮ ਦਾ ਮਤਲਬ ਨਿਕਲਦਾ ਹੈ। ਸੋ ਆइए ਅਸੀਂ ਸਭ ਤੋਂ ਪਹਿਲਾ ਪੁਆਇੰਟ ਪ੍ਰਭੂ ਯਿਸੂ ਦੀ ਸੇਵਕਾਈ ਤੋਂ ਪਹਿਲਾਂ ਤਿਆਰੀ ਦੇ ਬਾਰੇ ਸਿੱਖੀਏ। ਸਭ ਤੋਂ ਪਹਿਲਾਂ ਅਸੀਂ ਇਹ ਮੰਨਣਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਮਸੀਹ ਆਪਣੀ ਸੇਵਕਾਈ ਦੇ ਕੰਮ, ਜੋ ਮਿਸ਼ਨ ਦਾ ਕੰਮ ਇਸ ਦੁਨੀਆ ਦੇ ਵਿੱਚ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕੀਤਾ ਹੈ। ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਆਪਣੇ ਮਾਂ-ਬਾਪ ਦੇ ਨਾਲ ਰਹੇ ਅਤੇ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਸਮਾਜ ਦੇ ਵਿੱਚ ਆ ਕਰ ਖੁਦਾ ਦੇ ਵਚਨ ਦਾ ਐਲਾਨ ਕਰਨ ਤੋਂ ਪਹਿਲਾਂ, ਵੱਖ-ਵੱਖ ਚਮਤਕਾਰ ਵਿਖਾਉਣ ਤੋਂ ਪਹਿਲਾਂ ਪ੍ਰਭੂ ਯਿਸੂ ਨੇ ਆਪਣੇ ਆਪ ਨੂੰ ਤਿਆਰ ਕੀਤੇ। ਉਹ ਕਿਸ ਤਰ੍ਹਾਂ? ਅਸੀਂ ਵੇਖਦੇ ਹਾਂ ਸੰਤ ਮਤੀ ਦੀ ਅੰਜੀਲ ਉਸ ਦਾ 4 ਬਾਬ ਦੇ ਪਹਿਲਾ ਆਇਤ ਤੋਂ ਦੂਸਰਾ ਆਇਤ ਤੱਕ ਪਾਕ ਅੰਜੀਲ ਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ, ਫਿਰ ਯਿਸੂ ਰੂਹ ਦੀ ਅਗਵਾਈ ਹੇਠ ਸੁਨਸਾਨ ਥਾਂ ਵਿੱਚ ਆ ਗਿਆ ਤਾਂ ਜੋ ਉੱਥੇ ਸ਼ੈਤਾਨ ਉਸ ਨੂੰ ਪਰਖੇ। ਉਸਨੇ 40 ਦਿਨ ਅਤੇ 40 ਰਾਤ ਵਰਤ ਰੱਖਿਆ। ਕਹਿਣ ਦਾ ਭਾਵ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਬਪਤਿਸਮੇ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦੇ ਯਰਦਨ ਨਦੀ ਦੇ ਵਿੱਚ ਸੰਧਯੋਨਾ ਬਪਤਿਸਮੇ ਦੇ ਰਾਹੀਂ ਬਪਤਿਸਮਾ ਲੈਣ ਤੋਂ ਬਾਅਦ ਉਜਾੜ ਦੇ ਵਿੱਚ ਸੁਨਸਾਨ ਥਾਂ ਦੇ ਵਿੱਚ ਰੂਹ ਉਹਨਾਂ ਨੂੰ ਲੈ ਕੇ ਗਏ ਅਤੇ ਉੱਥੇ ਪ੍ਰਭੂ ਯਿਸੂ ਮਸੀਹ ਨੇ 40 ਦਿਨ 40 ਰਾਤ ਵਰਤ ਰੱਖ ਕੇ ਪ੍ਰਾਰਥਨਾ ਕੀਤੀ, ਯਾਨੀ ਮਿਸ਼ਨ ਕੰਮ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕੀਤੀ।
ਇਹ ਅਸੀਂ ਪਹਿਲਾ ਸੰਤ ਮੱਤੀ ਦੇ ਅੰਜੀਲ ਦੇ ਵਿੱਚ 4 ਬਾਬ ਦੇ ਵਿੱਚ ਵੇਖਦੇ ਹਾਂ। ਅਤੇ ਪਿਆਰਿਓ, ਇਸ ਦਾ ਜ਼ਿਕਰ ਅਸੀਂ ਪੁਰਾਣੇ ਨੇਮ ਦੇ ਵਿੱਚ ਵੀ ਵੇਖਦੇ ਹਾਂ, ਕਿਸ ਤਰ੍ਹਾਂ ਉਜਾੜ ਦੇ ਵਿੱਚ ਮੂਸਾ ਨਬੀ ਵੀ ਖੁਦਾ ਦੇ ਚੁਣੇ ਹੋਏ ਲੋਕਾਂ ਦੀ ਸੇਵਾ ਕੀਤੀ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਮੂਸਾ ਨਬੀ ਨੇ ਵਧੀਆ ਢੰਗ ਦੇ ਨਾਲ ਤਿਆਰ ਕਰਕੇ ਉਹਨਾਂ ਨੂੰ ਵੀ ਪ੍ਰਭੂ ਦੇ ਵੱਲ ਲੈ ਕੇ ਗਏ। ਗਿਣਤੀ ਦਾ ਪੁਸਤਕ ਦੇ ਵਿੱਚ ਉਸ ਦਾ 13 ਬਾਬ ਦੇ 25ਵਾਂ ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਸਾਡੇ ਪੁਰਖੇ ਇਸਰਾਏਲੀਆਂ ਨੇ ਵਾਅਦਾ ਕੀਤੀ ਹੋਈ ਧਰਤੀ ਤੋਂ ਪਹਿਲਾਂ 40 ਦਿਨ ਤੱਕ ਕਨਾਨ ਦੀ ਧਰਤੀ ਦਾ ਭੇਦ ਲੈਂਦੇ ਰਹੇ। ਉਸੇ ਤਰ੍ਹਾਂ ਕੂਚ ਦੇ ਪੁਸਤਕ ਉਸ ਦਾ 34 ਬਾਬ ਦੇ 28 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਉਦਾਹਰਨ ਦੇ ਤੌਰ ਤੇ ਮੂਸਾ ਨਬੀ ਨੇ 40 ਦਿਨ ਰੋਜ਼ਾ ਰੱਖ ਕੇ ਤਿਆਰੀ ਕੀਤੀ। ਉਸ ਦੇ ਬਾਅਦ ਉਹ ਸੀਨਾਈ ਪਹਾੜ ਤੇ ਚਲੇ ਗਏ, ਜਿੱਥੇ ਉਸ ਨੂੰ ਖੁਦਾ ਨੇ ਆਪਣੇ ਨਿਯਮ ਦਿੱਤੇ। 10 ਹੁਕਮ ਦੇਣ ਤੋਂ ਪਹਿਲਾਂ ਹੀ ਮੂਸਾ ਨਬੀ ਵੀ ਆਪਣੇ ਆਪ ਨੂੰ ਤਿਆਰ ਕੀਤੇ, ਕਿਉਂਕਿ ਖੁਦਾ ਦਾ ਜੋ 10 ਹੁਕਮ ਉਹਨਾਂ ਨੂੰ ਮਿਲ ਗਿਆ ਅਤੇ ਜੋ ਹੁਕਮ ਅੱਜ ਸਾਡੇ ਕੈਥੋਲਿਕ ਚਰਚ ਦੇ ਵਿੱਚ ਵੀ ਅਸੀਂ ਮੰਨਦੇ ਹਾਂ ਅਤੇ ਉਸ ਦੇ ਮੁਤਾਬਿਕ ਚੱਲਦੇ ਹਾਂ, ਇਹਨਾਂ ਨੂੰ ਵੀ ਸਵੀਕਾਰ ਕਰਨ ਲਈ ਮੂਸਾ ਨਬੀ ਵੀ ਆਪਣੇ ਆਪ ਨੂੰ ਤਿਆਰ ਕੀਤੇ। ਹੁਣ ਪ੍ਰਭੂ ਯਿਸੂ ਇਸ ਸੰਸਾਰ ਦੇ ਵਿੱਚ ਪਵਿੱਤਰ ਵਚਨ ਦਾ ਐਲਾਨ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਤਿਆਰ ਕੀਤੇ, ਆਪਣੇ ਆਪ ਨੂੰ ਤਿਆਰ ਕੀਤੇ, 40 ਦਿਨ ਰਾਤ ਵਰਤ ਰੱਖ ਕੇ ਪ੍ਰਾਰਥਨਾ ਕਰਨ ਦੇ ਰਾਹੀਂ। ਹੁਣ ਅਸੀਂ ਜਾਵਾਂਗੇ ਪ੍ਰਭੂ ਯਿਸੂ ਦਾ ਪ੍ਰੀਖਿਆ ਜਾਣ ਦਾ ਇਸ ਟੌਪਿਕ ਦੇ ਬਾਰੇ ਥੋੜੇ ਸਮਾਂ ਮਨੋਚਿੰਤਨ ਕਰੀਏ। ਪਵਿੱਤਰ ਵਚਨ ਦੇ ਵਿੱਚ ਅਸੀਂ ਵੇਖਦੇ ਹਾਂ ਸੰਤ ਮਰਕੁਸ ਦੇ ਅੰਜੀਲ ਦੇ ਉਸ ਦਾ ਪਹਿਲਾ ਬਾਬ ਦੇ 12 ਆਇਤ ਤੋਂ 13 ਆਇਤ ਤੱਕ, ਜਿੱਥੇ ਅਸੀਂ ਵੇਖਦੇ ਹਾਂ ਉਹ ਉਜਾੜ ਬਿਆਬਾਨ ਵਿੱਚ 40 ਦਿਨ ਰਿਹਾ। ਉੱਥੇ ਸ਼ੈਤਾਨ ਉਸ ਨੂੰ ਪਰਤਾਉਂਦਾ ਰਿਹਾ। ਉਹ ਜੰਗਲੀ ਜਾਨਵਰਾਂ ਨਾਲ ਰਹਿੰਦਾ ਸੀ ਅਤੇ ਫਰਿਸ਼ਤੇ ਉਸ ਦੀ ਠਹਿਲ ਸੇਵਾ ਕਰਦੇ ਸਨ। ਅਤੇ ਅੱਜ ਦਾ ਇਸ ਅਧਿਆਇ ਦੇ ਵਿੱਚ ਦੂਜਾ ਜੋ ਸਵਾਲ ਜਵਾਬ ਹੈ, ਉਹਦੇ ਵਿੱਚ ਦੂਜੇ ਸਵਾਲ ਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ, ਪ੍ਰਭੂ ਯਿਸੂ ਦਾ ਪ੍ਰੀਖਿਆ ਜਾਣਾ ਸਾਡੇ ਲਈ ਕੀ ਸੰਦੇਸ਼ ਦਿੰਦਾ ਹੈ। ਅਤੇ ਇਹ ਸੰਦੇਸ਼ ਇਹ ਹੈ ਕਿ ਸ਼ੈਤਾਨ ਨੇ ਪ੍ਰਭੂ ਯਿਸੂ ਨੂੰ 3 ਵਾਰ ਅਜ਼ਮਾਇਸ਼ਾਂ ਦਿੱਤੀਆਂ ਅਤੇ ਉਹ ਖੁਦਾ ਆਪਣੇ ਬਾਪ ਦੀ ਮਰਜ਼ੀ ਪ੍ਰਤੀ ਸਮਝੌਤੇ ਵਾਲੇ ਰਵੱਈਆ ਇਖਤਿਆਰ ਕਰ ਲਵੇ। ਪ੍ਰਭੂ ਯਿਸੂ ਨੇ ਇਹਨਾਂ ਅਜ਼ਮਾਇਸ਼ਾਂ ਦਾ ਡਟ ਕੇ ਸਾਹਮਣਾ ਕੀਤਾ। ਇਹਨਾਂ ਅਜ਼ਮਾਇਸ਼ਾਂ ਨੂੰ ਆਦਮ ਅਤੇ ਇਸਰਾਏਲੀਆਂ ਦੇ ਜੀਵਨ ਵਿੱਚ ਆਏ ਪਰਤਾਵਿਆਂ ਦੇ ਪ੍ਰਤੀਰੂਪ ਦੇਖ ਸਕਦੇ ਹਾਂ। ਪ੍ਰਭੂ ਯਿਸੂ ਹਰ ਅਜ਼ਮਾਇਸ਼ ਦੇ ਖਿਲਾਫ ਮੂਸਾ ਦੇ ਵਿਧਾਨ ਦੇ ਵਚਨ ਦਾ ਸਹਾਰਾ ਲਿਆ। ਉਹ ਨਿਯਮ ਨੇ ਜੋ ਮੂਸਾ ਨੇ ਖੁਦਾ ਕੋਲੋਂ ਲੈ ਕੇ ਇਸਰਾਏਲੀਆਂ ਨੂੰ ਵਾਅਦਾ ਕੀਤੀ ਧਰਤੀ ਦੇ ਜਾਣ ਤੋਂ ਪਹਿਲਾਂ ਦਿੱਤਾ। ਇਸ ਤਰ੍ਹਾਂ ਪ੍ਰਭੂ ਯਿਸੂ ਨੇ ਉਸ ਹੁਕਮ ਦੀ ਪਾਲਣਾ ਕੀਤੀ ਜਿਸ ਦੀ ਉਲੰਘਣਾ ਇਸਰਾਏਲੀਆਂ ਨੇ ਕੀਤੀ। ਸੋ ਪਿਆਰਿਓ, ਪ੍ਰਭੂ ਯਿਸੂ ਦੇ ਪ੍ਰੀਖਿਆ ਜਾਣ ਦੇ ਬਾਰੇ ਇਹ ਸੰਦੇਸ਼ ਸਾਨੂੰ ਦਿੰਦਾ ਹੈ ਕਿ ਪ੍ਰਭੂ ਯਿਸੂ ਨੇ ਪ੍ਰੀਖਿਆ ਕਰਨ ਦੇ ਰਾਹੀਂ ਪ੍ਰਭੂ ਯਿਸੂ ਰੂਹਾਨੀ ਤੌਰ ਤੇ ਹੋਰ ਵੀ ਬਲ ਹਾਸਲ ਕੀਤੀ ਤੇ ਕਦੀ ਵੀ ਪ੍ਰਭੂ ਯਿਸੂ ਉਸ ਪ੍ਰੀਖਿਆ ਦੇ ਵਿੱਚ ਫਸਿਆ ਨਹੀਂ ਹੈ। ਹੁਣ ਅਸੀਂ ਤੀਸਰਾ ਟੌਪਿਕ ਦੇ ਵਿੱਚ ਜਾਵਾਂਗੇ, ਜਿੱਥੇ ਪ੍ਰਭੂ ਯਿਸੂ ਦੀ ਪਹਿਲੀ ਅਜ਼ਮਾਇਸ਼ ਦੇ ਬਾਰੇ ਲਿਖਿਆ ਗਿਆ ਹੈ। ਅਸੀਂ ਪੜ੍ਹਦੇ ਹਾਂ ਸੰਤ ਮੱਤੀ ਦੀ ਅੰਜੀਲ ਉਸ ਦਾ 4 ਬਾਬ ਦੇ 3 ਆਇਤ ਤੋਂ 4 ਆਇਤ ਤੱਕ, ਜਿੱਥੇ ਪ੍ਰਭੂ ਯਿਸੂ ਮਸੀਹ ਦਾ ਪਹਿਲਾ ਜੋ ਅਜ਼ਮਾਇਸ਼ ਹੈ ਯਾਨੀ ਪ੍ਰੀਖਿਆ ਹੈ ਉਸ ਦੇ ਬਾਰੇ ਜ਼ਿਕਰ ਹੈ। ਇਹਦੇ ਵਿੱਚ ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਕੋਲ ਸ਼ੈਤਾਨ ਪਹੁੰਚ ਗਿਆ। ਹਾਂ, ਪ੍ਰਭੂ ਯਿਸੂ ਮਸੀਹ 40 ਦਿਨ ਰਾਤ ਜਦੋਂ ਪ੍ਰਾਰਥਨਾ ਕਰਕੇ ਵਰਤ ਰੱਖ ਕੇ ਦੁਆ ਕੀਤੀ ਤਾਂ ਸੱਚਮੁੱਚ ਪ੍ਰਭੂ ਯਿਸੂ ਵੀ ਭੁੱਖਾ ਸੀ ਅਤੇ ਉਹਨਾਂ ਦੀ ਉਹ ਭੁੱਖ ਦੇ ਵੇਲੇ ਪ੍ਰਭੂ ਯਿਸੂ ਕੋਲ ਸ਼ੈਤਾਨ ਪਹੁੰਚਦਾ ਹੈ। ਸ਼ੈਤਾਨ ਪਹੁੰਚ ਕੇ ਸਭ ਤੋਂ ਪਹਿਲਾ ਅਜ਼ਮਾਇਸ਼ ਜੋ ਪ੍ਰੀਖਿਆ ਹੈ ਇਹੀ ਦਿੰਦਾ ਹੈ ਕਿ ਪ੍ਰਭੂ ਯਿਸੂ ਕੋਲ ਜਾ ਕੇ ਇਹ ਕਹਿੰਦਾ, ਤਦ ਪਰਖਣ ਵਾਲੇ ਨੇ ਆ ਕੇ ਉਸ ਨੂੰ ਕਿਹਾ, ਜੇਕਰ ਤੂੰ ਖੁਦਾ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਆਗਿਆ ਦੇ ਕਿ ਇਹ ਰੋਟੀਆਂ ਬਣ ਜਾਣ। ਪ੍ਰਭੂ ਯਿਸੂ ਮਸੀਹ ਜਿੱਥੇ ਰਹਿੰਦਾ ਸੀ, ਜਿੱਥੇ ਰਹਿ ਕੇ ਪ੍ਰਾਰਥਨਾ ਕਰਦਾ ਸੀ, ਉੱਥੇ ਪਹੁੰਚ ਕੇ ਸ਼ੈਤਾਨ ਨੇ ਇਹ ਕਿਹਾ, ਇਹਨਾਂ ਪੱਥਰਾਂ ਨੂੰ ਤੁਸੀਂ ਕਹੋ ਕਿ ਇਹ ਰੋਟੀ ਬਣ ਜਾਣ। ਇਹ ਪਹਿਲਾ ਪ੍ਰੀਖਿਆ ਹੈ। ਇਹਦੇ ਵਿੱਚ ਸਾਨੂੰ ਕਿਹੜੀ ਸੰਦੇਸ਼ ਮਿਲਿਆ? ਪਵਿੱਤਰ ਵਚਨ ਦੇ ਵਿੱਚ ਇਹ ਪ੍ਰੀਖਿਆ ਦੇਣ ਦੇ ਰਾਹੀਂ ਸਾਨੂੰ ਇਹ ਸੰਦੇਸ਼ ਮਿਲਦਾ ਹੈ, ਇਸ ਅਜ਼ਮਾਇਸ਼ ਵਿੱਚ ਸ਼ੈਤਾਨ ਇਹ ਕੋਸ਼ਿਸ਼ ਕਰਦਾ ਹੈ ਕਿ ਪ੍ਰਭੂ ਯਿਸੂ ਖੁਦਾ ਦਾ ਬੇਟਾ ਹੋਣ ਦੇ ਨਾਤੇ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ। ਸੱਚਮੁੱਚ ਸ਼ੈਤਾਨ ਵੀ ਇਹ ਜਾਣਦਾ ਸੀ ਕਿ ਪ੍ਰਭੂ ਯਿਸੂ ਮਸੀਹ ਖੁਦਾ ਦਾ
ਬੇਟਾ ਹੈ, ਖੁਦਾ ਦਾ ਪੁੱਤਰ ਹੈ। ਅਤੇ ਇਹ ਜਾਣਦੇ ਹੋਏ ਵੀ ਇਹਨਾਂ ਨੇ ਇਹ ਕੀ ਸੋਚਿਆ ਕਿ ਉਹ ਜੋ ਅਧਿਕਾਰ ਪ੍ਰਭੂ ਯਿਸੂ ਮਸੀਹ ਕੋਲ ਹੈ, ਉਹ ਅਧਿਕਾਰ ਨੂੰ ਇਸਤੇਮਾਲ ਕਰੇ ਅਤੇ ਪੱਥਰਾਂ ਨੂੰ ਰੋਟੀ ਬਣਾ ਦੇਵੇ ਅਤੇ ਵਰਤ ਨੂੰ ਤੋੜੇ। ਦੇਖੋ ਸ਼ੈਤਾਨ ਦੀ ਚਾਲ ਚਲਾਕੀ ਕਿੰਨੀ ਕੀ ਵੱਡੀ, ਅਤੇ ਸ਼ੈਤਾਨ ਦੇ ਇਸ ਚਲਾਕੀ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਜੋ ਵਰਤ ਰੱਖ ਕੇ ਦੁਆ ਕਰਦਾ ਸੀ ਉਹਨਾਂ ਨੂੰ ਤੋੜਨ ਲਈ, ਅਤੇ ਪ੍ਰਭੂ ਯਿਸੂ ਮਸੀਹ ਆਪਣੇ ਅਧਿਕਾਰ ਨੂੰ ਇਸਤੇਮਾਲ ਕਰ ਲਿੱਤਾ ਕਿ ਬਾਅਦ ਵਿੱਚ ਇਹ ਕਹਿ ਸਕਦਾ ਹੈ ਕਿ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਆਪਣੇ ਅਧਿਕਾਰ ਨੂੰ ਇਸਤੇਮਾਲ ਕਰਦਾ ਹੈ। ਸੋ ਪਿਆਰਿਓ, ਪ੍ਰਭੂ ਯਿਸੂ ਮਸੀਹ ਦੀ ਇਸ ਪ੍ਰੀਖਿਆ ਦੇ ਰਾਹੀਂ ਇਹ ਸੰਦੇਸ਼ ਸਭ ਤੋਂ ਪਹਿਲਾਂ ਸਾਨੂੰ ਮਿਲਦਾ ਹੈ ਤਾਂ ਕਿ ਸ਼ੈਤਾਨ ਉਹਨਾਂ ਨੂੰ ਪਰਖਣ ਦੇ ਰਾਹੀਂ ਉਹਨਾਂ ਦੇ ਅਧਿਕਾਰ ਦੇ ਬਾਰੇ ਜਾਣ ਸਕੇ। ਅਤੇ ਅਸੀਂ ਵੇਖਦੇ ਹਾਂ ਵਿਵਸਥਾ ਸਾਰ ਦੇ ਪੁਸਤਕ ਉਸ ਦਾ 8 ਬਾਬ ਦੇ 3 ਆਇਤ ਦੇ ਵਿੱਚ, ਜਿੱਥੇ ਮੂਸਾ ਨਬੀ ਦੇ ਬਾਰੇ ਵੀ ਲਿਖਿਆ ਹੈ। ਮੂਸਾ ਨਬੀ ਕਿਸ ਤਰ੍ਹਾਂ ਇਸਰਾਇਲ ਕੌਮ ਦੇ ਨਾਲ ਰਹਿ ਕੇ ਕਿੰਨੇ ਕਿ ਉਹਨਾਂ ਨੂੰ ਵੀ ਦੁੱਖ ਮੁਸੀਬਤ ਦਾ ਸਾਹਮਣਾ ਕਰਨਾ ਪਿਆ, ਕਿਸ ਤਰ੍ਹਾਂ ਉਹਨਾਂ ਨੂੰ ਵੀ ਲੋਕਾਂ ਨੇ ਪ੍ਰੀਖਿਆ ਕੀਤੀ। ਅਸੀਂ ਵੇਖਦੇ ਹਾਂ ਵਿਵਸਥਾ ਸਾਰ ਦੇ ਉਸ ਦਾ 8 ਬਾਬ ਦੇ 3 ਆਇਤ ਵਿੱਚ, ਪ੍ਰਭੂ ਯਿਸੂ ਨੇ ਸ਼ੈਤਾਨ ਨੂੰ ਉਹੀ ਚੇਤਾਵਨੀ ਦਿੱਤੀ ਜੋ ਮੂਸਾ ਇਸਰਾਇਲ ਨੂੰ ਦਿੱਤੀ। ਸਾਡਾ ਮਸੀਹੀ ਸੁਭਾਅ ਸਾਡੇ ਪ੍ਰਭੂ ਯਿਸੂ ਮਸੀਹ ਵਰਗਾ ਹੋਣਾ ਚਾਹੀਦਾ ਹੈ, ਜਿਸ ਨੇ ਪਹਿਲੇ ਅਜ਼ਮਾਇਸ਼ ਦਾ ਮੁਕਾਬਲਾ ਡਟ ਕੇ ਕੀਤਾ। ਹਾਂ ਪਿਆਰੇ ਬੱਚਿਓ, ਇਸ ਪਵਿੱਤਰ ਵਚਨ ਦੇ ਰਾਹੀਂ ਵੀ ਅਤੇ ਪਹਿਲੇ ਜੋ ਅਜ਼ਮਾਇਸ਼ ਹੈ ਉਸ ਅਜ਼ਮਾਇਸ਼ ਦੇ ਰਾਹੀਂ ਵੀ ਸਾਨੂੰ ਇਹ ਸੰਦੇਸ਼ ਮਿਲਿਆ ਕਿ ਅਧਿਕਾਰ ਕੁਛ ਵੀ ਨਹੀਂ ਹੈ, ਅਧਿਕਾਰ ਦੇ ਰਾਹੀਂ ਕੁਛ ਵੀ ਨਹੀਂ ਮਿਲਦਾ। ਤੇ ਸ਼ੈਤਾਨ ਪ੍ਰੀਖਿਆ ਕਰਨਗੇ, ਸਾਡੀ ਵੀ, ਤੁਹਾਡੇ ਵੀ, ਮੇਰਾ ਵੀ ਪ੍ਰੀਖਿਆ ਕਰਨਗੇ ਕਿ ਆਪਣੇ ਅਧਿਕਾਰ ਨੂੰ ਇਸਤੇਮਾਲ ਕਰੇ ਅਤੇ ਅਧਿਕਾਰ ਨੂੰ ਇਸਤੇਮਾਲ ਕਰਨ ਦੇ ਰਾਹੀਂ ਆਪਣੇ ਜ਼ਿੰਦਗੀ ਦੇ ਵਿੱਚ ਹੋਰ ਵੀ ਤਰੱਕੀਆਂ ਪਾਵੇ। ਲੇਕਿਨ ਇਹ ਅਧਿਕਾਰ ਕੁਛ ਵੀ ਨਹੀਂ ਹੈ। ਇਸ ਅਧਿਕਾਰ ਇੱਕ ਦਿਨ ਖਤਮ ਹੋ ਜਾਣਾ ਹੈ, ਲੇਕਿਨ ਆਪਣੇ ਰੂਹ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਅਸੀਂ ਦਿਨ ਰਾਤ ਮਿਹਨਤ ਕਰਨੀ ਚਾਹੀਦੀ ਹੈ। ਹੁਣ ਅਸੀਂ ਦੇਖਾਂਗੇ ਦੂਸਰਾ ਜੋ ਪ੍ਰਭੂ ਯਿਸੂ ਦੀ ਦੂਜੀ ਅਜ਼ਮਾਇਸ਼ ਦੇ ਬਾਰੇ ਲਿਖਿਆ, ਜੋ ਸੰਤ ਮੱਤੀ ਦੀ ਅੰਜੀਲ ਦੇ 4 ਬਾਬ ਦੇ 5ਵਾਂ ਆਇਤ ਤੋਂ 7ਵਾਂ ਆਇਤ ਤੱਕ ਅਸੀਂ ਵੇਖਦੇ ਹਾਂ, ਜਿੱਥੇ ਪ੍ਰਭੂ ਯਿਸੂ ਮਸੀਹ ਨੂੰ ਦੂਜਾ ਅਜ਼ਮਾਇਸ਼ ਦਿੱਤਾ ਗਿਆ ਸੀ। ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਖੁਦਾ ਦੀ ਆਰਾਧਨਾ ਕਰਨ ਦੀ ਬਜਾਏ ਉਸ ਨੂੰ ਝੁਕ ਕੇ ਸਜਦਾ ਕਰੇ। ਯਹੀ ਅਜ਼ਮਾਇਸ਼ ਨੂੰ ਲੈ ਕੇ ਸ਼ੈਤਾਨ ਪ੍ਰਭੂ ਯਿਸੂ ਕੋਲ ਪਹੁੰਚਦਾ ਹੈ। ਪ੍ਰਭੂ ਯਿਸੂ ਜਦੋਂ ਪ੍ਰਾਰਥਨਾ ਕਰਦਾ ਸੀ ਦਿਲੋਂ ਆਪਣੀ ਸ਼ਕਤੀ ਦੇ ਲਈ, ਜੋ ਮਿਸ਼ਨ ਦਾ ਕੰਮ ਕਰਨ ਲਈ ਉਹ ਸਮਾਜ ਦੇ ਵਿੱਚ ਜਾਣਾ ਹੈ, ਉਸ ਦੇ ਲਈ ਤਿਆਰੀਆਂ ਕਰਦਾ ਸੀ। ਉਸ ਸਮਾਂ ਉਹਨਾਂ ਨੂੰ ਆਰਾਧਨਾ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਸ਼ੈਤਾਨ ਦੀ ਆਰਾਧਨਾ ਕਰਨ ਲਈ, ਉਹਨਾਂ ਦੇ ਸਜਦਾ ਕਰਨ ਲਈ ਮਜਬੂਰ ਕਰਨ ਲਈ ਉੱਥੇ ਪਹੁੰਚਦਾ ਹੈ। ਇਹ ਦੂਜਾ ਅਜ਼ਮਾਇਸ਼ ਹੈ। ਅਤੇ ਇਸ ਦੂਜੇ ਅਜ਼ਮਾਇਸ਼ ਦੇ ਵਿੱਚ ਅਸੀਂ ਵੇਖਦੇ ਹਾਂ ਵਚਨ ਵਿੱਚ ਲਿਖਿਆ ਹੈ, ਫਿਰ ਸ਼ੈਤਾਨ ਉਸ ਨੂੰ ਉੱਤਾਂ ਲੈ ਗਿਆ ਅਤੇ ਪਲ ਪਰ ਸੰਸਾਰ ਦੀਆਂ ਸਾਰੀਆਂ ਬਾਦਸ਼ਾਹੀਆਂ ਨੂੰ ਉਸ ਨੂੰ ਵਿਖਾਈਆਂ ਅਤੇ ਉਸ ਨੂੰ ਕਿਹਾ, ਮੈਂ ਤੈਨੂੰ ਇਹ ਸਭ ਉਤੇ ਅਖਤਿਆਰ ਅਤੇ ਇਹਨਾਂ ਦੀ ਸ਼ਾਨ ਦੇ ਦੇਵਾਂਗਾ, ਕਿਉਂਕਿ ਇਹ ਸਭ ਮੈਨੂੰ ਦਿੱਤਾ ਗਿਆ ਹੈ ਅਤੇ ਜਿਸ ਨੂੰ ਚਾਹਾਂ ਉਸ ਨੂੰ ਮੈਂ ਇਹ ਦਿੰਦਾ ਹਾਂ। ਸੰਤ ਲੂਕਾ ਦੀ ਅੰਜੀਲ ਦੇ ਵਿੱਚ ਅਸੀਂ ਵੇਖਦੇ ਹਾਂ। ਪਿਆਰਿਓ, ਇਸ ਦੇ ਰਾਹੀਂ ਅਸੀਂ ਵੇਖਦੇ ਹਾਂ ਸ਼ੈਤਾਨ ਨੇ ਬਾਹਰੀ ਦਿਖਾਵੇ ਦੀਆਂ ਫੁਸਲਾਹਟਾਂ ਨਾਲ ਪ੍ਰਭੂ ਯਿਸੂ ਨੂੰ ਮੋਹਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਪ੍ਰਭੂ ਯਿਸੂ ਉਸ ਨੂੰ ਝੁਕ ਕੇ ਸਜਦਾ ਕਰੇ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਸੰਸਾਰ ਤੇ ਸ਼ੈਤਾਨ ਚੀਜ਼ਾਂ ਦਾ ਪ੍ਰਭਾਵ ਰਹਿੰਦਾ ਹੈ, ਪਰ ਪ੍ਰਭੂ ਯਿਸੂ ਕੁੱਲ ਦੁਨੀਆ ਤੇ ਰਾਜ ਕਰਦਾ ਹੈ। ਦੇਖੋ, ਸ਼ੈਤਾਨ ਨੂੰ ਥੋੜੇ ਚੀਜ਼ਾਂ ਦੇ ਉੱਤੇ ਅਧਿਕਾਰ ਦਿੱਤਾ, ਲੇਕਿਨ ਉਸ ਤੋਂ ਜ਼ਿਆਦਾ ਪ੍ਰਭੂ ਯਿਸੂ ਮਸੀਹ ਕੁੱਲ ਦੁਨੀਆ ਦੇ ਵਿੱਚ ਆਪਣੇ ਅਧਿਕਾਰ ਦਿਖਾਉਂਦਾ ਨਹੀਂ, ਸਗੋਂ ਪ੍ਰਭੂ ਯਿਸੂ ਨੂੰ ਅਧਿਕਾਰ ਦਿੱਤਾ ਗਿਆ ਹੈ ਅਤੇ ਉਹੀ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਨੂੰ ਬਚਾਉਣ ਲਈ ਆਇਆ। ਪ੍ਰਭੂ ਯਿਸੂ ਕਦੀ ਵੀ ਆਪਣੇ ਅਧਿਕਾਰ ਆਪਣੇ ਵਿੱਚ ਨਹੀਂ ਰੱਖਿਆ, ਲੇਕਿਨ ਉਹ ਪ੍ਰਭੂ ਯਿਸੂ ਮਸੀਹ ਖਲੀਮ ਬਣ ਕੇ, ਇੱਕ ਸੇਵਾਦਾਰ ਬਣ ਕੇ ਲੋਕਾਂ ਨੂੰ ਵਧੀਆ ਨਮੂਨਾ ਵਿਖਾਈ। ਉਹੀ ਪ੍ਰਭੂ ਯਿਸੂ ਮਸੀਹ ਦੇ ਦੂਜਾ ਅਜ਼ਮਾਇਸ਼ ਹੈ, ਜਿਸ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਦੀ ਪ੍ਰੀਖਿਆ ਕੀਤੀ ਗਈ ਸੀ। ਫਿਰ ਵੀ ਪ੍ਰਭੂ ਯਿਸੂ ਮਸੀਹ ਕਦੀ ਉਹਦੇ ਵਿੱਚ ਨਹੀਂ ਫਸਿਆ, ਸਗੋਂ ਪ੍ਰਭੂ ਯਿਸੂ ਨੇ ਇਹੀ ਕਿਹਾ, ਪ੍ਰਭੂ ਯਿਸੂ ਨੇ ਹਮੇਸ਼ਾ ਉਹਨਾਂ ਨੂੰ, ਉਸ ਸ਼ੈਤਾਨ ਨੂੰ ਵੀ ਇਹੀ ਕਿਹਾ, ਸਾਡਾ ਜੋ ਖੁਦਾ ਬਾਪ ਹੈ, ਖੁਦਾ ਬਾਪ ਦੀ ਸਜਦਾ ਕਰਨੀ ਚਾਹੀਦੀ ਹੈ, ਹੋਰ ਕਿਸੇ ਨੂੰ ਨਹੀਂ। ਖੁਦਾ ਬਾਪ ਦੀ ਸਜਦਾ ਕਰਨੀ ਚਾਹੀਦੀ ਹੈ, ਕਦੀ ਵੀ ਜੋ ਖੁਦਾ ਦੀ ਸ਼ਕਤੀ ਨੂੰ ਪ੍ਰੀਖਿਆ ਨਹੀਂ ਕਰਨਾ। ਸੋ ਪਿਆਰੇ ਬੱਚਿਓ, ਇਹ ਦੂਜਾ ਅਜ਼ਮਾਇਸ਼ ਦੇ ਬਾਰੇ ਵੀ ਅਸੀਂ ਸੰਤ ਮੱਤੀ ਦੀ ਅੰਜੀਲ ਦੇ ਵਿੱਚ ਪੜ੍ਹਦੇ ਹਾਂ।
ਤੇ ਅਸੀਂ ਵੇਖਦੇ ਹਾਂ ਕੁਝ ਦੇ ਪੁਸਤਕ ਦੇ ਵਿੱਚ ਉਸ ਦਾ 32 ਬਾਬ ਦੇ 4 ਆਇਤ ਦੇ ਵਿੱਚ ਇਹ ਜੋ ਅਜਮਾਇਸ਼ ਦੇ ਨਾਲ ਮਿਲੇ ਹੈ, ਇਹ ਅਜਮਾਇਸ਼ ਸਾਨੂੰ ਸਾਡੇ ਪੁਰਖਿਆਂ ਦੁਆਰਾ ਇੱਕ ਖੁਦਾ ਦੀ ਥਾਂ ਮਨ ਕੀ ਹੱਥਾਂ ਨਾਲ ਬਣਾਏ ਬੁੱਤਾਂ ਦੀ ਕੀਤੀ ਉਪਾਸਨਾ ਵੱਲ ਵੀ ਕੇਂਦਰਿਤ ਕਰਦੀ ਹੈ। ਯਾਨੀ ਇਹਦੇ ਵਿੱਚ ਲਿਖਿਆ ਹੈ ਕਿ ਉਹ ਇੱਕ ਖੁਦਾ ਦੀ ਉਪਾਸਨਾ ਕਰਨਾ ਚਾਹੀਦਾ, ਉਹ ਇੱਕ ਖੁਦਾ ਦੀ ਆਰਾਧਨਾ ਕਰਨੀ ਚਾਹੀਦੀ ਹੈ, ਉਹ ਇੱਕ ਖੁਦਾ ਦੀ ਸਿਜਦਾ ਕਰਨੀ ਚਾਹੀਦੀ ਹੈ। ਸੋ ਅਸੀਂ ਹੋਰ ਪਾਸੇ ਨਹੀਂ ਭੱਜਣਾ, ਸਗੋਂ ਸਾਡੇ ਖੁਦਾ ਦੀ ਸਿਜਦਾ ਕਰਨੀ ਹੈ। ਸ਼ੈਤਾਨ ਦੇ ਗਲਤ ਕੰਮਾਂ ਦੇ ਵਿੱਚ ਜਾਂ ਸ਼ੈਤਾਨ ਦੇ ਕੋਈ ਗਲਤ ਸੋਚਾਂ ਦੇ ਵਿੱਚ ਕਦੀ ਵੀ ਨਹੀਂ ਫਸਣਾ। ਅਤੇ ਇਹੀ ਗੱਲ ਅਸੀਂ ਸੰਤ ਲੂਕਾ ਦੀ ਅੰਜੀਲ ਦੇ 4 ਬਾਬ ਦੇ 8ਵਾਂ ਆਇਤ ਵਿੱਚ ਵੀ ਪੜ੍ਹਦੇ ਹਾਂ। ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੀ ਤੀਜੀ ਅਜਮਾਇਸ਼ ਦੁਆਰਾ ਪੜਾਂਗੇ। ਤੀਸਰੇ ਅਜਮਾਇਸ਼ ਦੁਆਰਾ ਸ਼ੈਤਾਨ ਕੋਸ਼ਿਸ਼ ਕਰਦਾ ਹੈ ਕਿ ਪ੍ਰਭੂ ਯਿਸੂ ਖੁਦਾ ਨੂੰ ਪਰਖੇ। ਪ੍ਰਭੂ ਯਿਸੂ ਹਰ ਅਜਮਾਇਸ਼ ਦੀ ਘੜੀ ਵਚਨ ਦਾ ਹਵਾਲਾ ਲੈ ਰਿਹਾ ਸੀ। ਸ਼ੈਤਾਨ ਵੀ ਵਚਨ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ। ਫਿਰ ਸ਼ੈਤਾਨ ਉਸ ਨੂੰ ਯਰੂਸ਼ਲਮ ਲੈ ਗਿਆ ਅਤੇ ਹੈਕਲ ਦੇ ਬੁਰਜ ਦੀ ਟੀਸੀ ਉੱਤੇ ਖੜਾ ਕਰ ਦਿੱਤਾ ਅਤੇ ਉਸ ਨੂੰ ਕਿਹਾ, ਜੇਕਰ ਤੂੰ ਖੁਦਾ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਥੱਲੇ ਡੇਗ ਦੇ, ਕਿਉਂਕਿ ਲਿਖਿਆ ਹੋਇਆ ਹੈ, ਉਹ ਆਪਣੇ ਫਰਿਸ਼ਤਿਆਂ ਨੂੰ ਤੇਰੇ ਬਾਰੇ ਆਗਿਆ ਦੇਵੇਗਾ ਕਿ ਉਹ ਤੇਰੀ ਰਾਖੀ ਕਰਨ ਅਤੇ ਉਹ ਆਪਣੇ ਹੱਥਾਂ ਉੱਤੇ ਤੈਨੂੰ ਚੁੱਕ ਲੈਣਗੇ ਤਾਂ ਜੋ ਤੇਰੇ ਪੈਰ ਨੂੰ ਪੱਥਰ ਨਾਲ ਠੇਡਾ ਨਾ ਲੱਗੇ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਇਹ ਕਿਹਾ ਗਿਆ ਹੈ, ਤੂੰ ਪ੍ਰਭੂ ਆਪਣੇ ਖੁਦਾ ਦੀ ਪ੍ਰੀਖਿਆ ਨਾ ਲੈਣਾ। ਸ਼ੈਤਾਨ ਨੂੰ ਕਹਿੰਦਾ, ਸ਼ੈਤਾਨ ਦੂਰ ਹੋ ਜਾ, ਤੂੰ ਆਪਣੇ ਪ੍ਰਭੂ ਨੂੰ ਆਪਣੇ ਖੁਦਾ ਦੀ ਪ੍ਰੀਖਿਆ ਨਾ ਲੈਣ। ਸੰਤ ਲੂਕਾ ਦੀ ਅੰਜੀਲ ਦੇ ਉਸ ਦਾ 4 ਬਾਬ ਦੇ ਵਿੱਚ 9 ਤੋਂ 12 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ। ਪਿਆਰੇ ਬੱਚਿਓ, ਹੁਣ ਅਸੀਂ ਵੀ ਇਹ ਸਮਝਣਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਮਸੀਹ ਕੋਲ ਸ਼ੈਤਾਨ ਜਾ ਕੇ ਇਹ ਤੀਜੀ ਅਜਮਾਇਸ਼ ਦੇਣ ਦੇ ਰਾਹੀਂ ਵੀ ਕਦੀ ਵੀ ਪ੍ਰਭੂ ਯਿਸੂ ਮਸੀਹ ਫਸਿਆ ਨਹੀਂ। ਲੇਕਿਨ ਪ੍ਰਭੂ ਯਿਸੂ ਹੋਰ ਵੀ ਤਾਕਤ ਪ੍ਰਾਪਤ ਕਰਕੇ ਖੁਦਾ ਬਾਪ ਦੀ ਸਿਜਦਾ ਕਰਨ ਲਈ, ਖੁਦਾ ਬਾਪ ਦੀ ਆਰਾਧਨਾ ਕਰਨ ਲਈ ਅਤੇ ਖੁਦਾ ਬਾਪ ਦੀ ਨਾ ਪ੍ਰੀਖਿਆ ਕਰਨ ਲਈ ਖਾਸ ਕਰਕੇ ਸ਼ੈਤਾਨ ਨੂੰ ਕਹਿੰਦਾ ਹੈ। ਹੁਣ ਅਸੀਂ ਦੇਖਦੇ ਹਾਂ ਅਗਲਾ ਪੁਆਇੰਟ, ਪ੍ਰਭੂ ਯਿਸੂ ਦੀਆਂ ਅਜਮਾਇਸ਼ਾਂ ਦਾ ਸਾਡੇ ਜੀਵਨ ਵਿੱਚ ਮਹੱਤਵ। ਸੱਚਮੁੱਚ ਪ੍ਰਭੂ ਯਿਸੂ ਦੇ ਇਹਨਾਂ ਸਾਰੇ ਅਜਮਾਇਸ਼ਾਂ ਦਾ ਕੁਝ ਮਤਲਬ ਹੈ ਸਾਡੀ ਜ਼ਿੰਦਗੀ ਦੇ ਵਿੱਚ ਵੀ। ਪ੍ਰਭੂ ਯਿਸੂ ਮਸੀਹ ਨੂੰ ਇਹ ਅਜਮਾਇਸ਼ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਉਂ ਆਇਆ? ਇਹਦਾ ਮਤਲਬ ਇਹੀ ਹੈ, ਇਹ ਕਿਉਂ ਆਇਆ? ਇਸ ਲਈ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਰੂਹਾਨੀ ਬਲ ਹਾਸਲ ਕਰ ਸਕੇ। ਉਹਨਾਂ ਦੇ ਮਿਸ਼ਨ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ, ਅੰਜਲੀ ਕਰਨ ਦਾ ਕੰਮ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਸ਼ਕਤੀ ਬਲ ਹਾਸਲ ਕਰਨ ਲਈ ਇਹਨਾਂ ਸਾਰੇ ਅਜਮਾਇਸ਼ਾਂ ਦੇ ਵੇਲੇ ਵੀ ਦੁਆ ਕਰਦੇ ਰਹੇ ਅਤੇ ਹਮੇਸ਼ਾ ਸ਼ੈਤਾਨ ਨੂੰ ਦੂਰ ਰੱਖਣ ਲਈ ਅਤੇ ਇਸ ਸ਼ੈਤਾਨ ਤੋਂ ਦੂਰ ਰਹਿ ਕੇ ਪ੍ਰਭੂ ਯਿਸੂ ਮਸੀਹ ਸ਼ਕਤੀ ਹਾਸਲ ਕਰਕੇ ਖੁਦਾ ਬਾਪ ਦਾ ਪਵਿੱਤਰ ਹਜ਼ੂਰੀ ਨੂੰ ਲੋਕਾਂ ਤੱਕ ਪਹੁੰਚਾਇਆ ਵੱਖ-ਵੱਖ ਤਰੀਕੇ ਦੇ ਨਾਲ। ਅਗਲਾ ਅਧਿਆਇ ਦੇ ਵਿੱਚ ਅਸੀਂ ਉਹਨਾਂ ਸਾਰੇ ਗੱਲਾਂ ਦੇ ਬਾਰੇ ਪੜਾਂਗੇ। ਸੋ ਇਹ ਸੱਚਾਈ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਇਹਨਾਂ ਸਾਰੇ ਅਜਮਾਇਸ਼ਾਂ ਦਾ ਕੁਝ ਮਹੱਤਵ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੈਗੇ ਆ। ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਸ਼ੈਤਾਨ ਦੀ ਹਰ ਅਜਮਾਇਸ਼ ਦਾ ਸਾਹਮਣਾ ਇਸ ਲਈ ਕਰ ਪਾਇਆ ਕਿਉਂਕਿ ਜੋ ਉਸ ਦੇ ਅੰਦਰ ਰੂਹਾਨੀ ਬਲ ਸੀ, ਉਸਨੇ ਰੋਜ਼ਾ ਅਤੇ ਪ੍ਰਾਰਥਨਾ ਕਰਕੇ ਪ੍ਰਾਪਤ ਕੀਤਾ ਹੈ। ਇਸ ਸ਼ਕਤੀ ਨੂੰ ਰੋਜ਼ਾ ਅਤੇ ਪ੍ਰਾਰਥਨਾ ਕਰਨ ਦੇ ਰਾਹੀਂ ਹਾਸਲ ਕੀਤਾ ਹੈ। ਅਤੇ ਸ਼ੈਤਾਨ ਜਿਸਨੇ ਪ੍ਰਭੂ ਯਿਸੂ ਨੂੰ ਪਰਤਾਇਆ, ਉਹ ਸਾਡੇ ਜੀਵਨ ਦੀ ਹਾਲਤ ਦੇ ਵਿੱਚ ਵੀ ਕਈ ਢੰਗ ਦੇ ਨਾਲ ਆਉਂਦਾ ਹੈ ਅਤੇ ਉਸ ਦਾ ਮੁਕਾਬਲਾ ਕਰਨ ਲਈ ਸਾਡੇ ਅੰਦਰ ਵੀ ਰੂਹਾਨੀ ਬਲ ਹੋਣਾ ਜ਼ਰੂਰੀ ਹੈ। ਸੋ ਪਿਆਰੇ ਬੱਚਿਓ, ਅੱਜ ਦਾ ਇਸ ਅਧਿਆਇ ਦੇ ਵਿੱਚ ਆਖਿਰ ਵਿੱਚ ਅਸੀਂ ਵੇਖਦੇ ਹਾਂ ਸਵਾਲ ਜਵਾਬ। ਉਹਦੇ ਵਿੱਚ 6ਵਾਂ ਜੋ ਸਵਾਲ ਇਹ ਹੈ ਕਿ ਪ੍ਰਭੂ ਯਿਸੂ ਦੀਆਂ ਅਜਮਾਇਸ਼ਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ? ਮਹੱਤਵ ਇਹ ਹੈ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਰੂਹਾਨੀ ਬਲ ਦੇ ਰਾਹੀਂ ਸ਼ੈਤਾਨ ਨੂੰ ਦੂਰ ਰੱਖਿਆ, ਉਸੇ ਤਰ੍ਹਾਂ ਅਸੀਂ ਵੀ ਉਸੇ ਤਰ੍ਹਾਂ ਦੀ ਸ਼ਕਤੀ ਰੂਹਾਨੀ ਬਲ ਨੂੰ, ਜੋ ਜਿਸਮ ਦੇ ਵਿੱਚ ਤਾਕਤ ਤੋਂ ਹੈਗੇ ਆ। ਅਸੀਂ ਰੋਟੀ ਖਾਂਦੇ ਹਾਂ, ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ, ਲੇਕਿਨ ਜਿਸਮਾਨੀ ਤਾਕਤ ਤੋਂ ਜ਼ਿਆਦਾ ਰੂਹਾਨੀ ਸ਼ਕਤੀ, ਰੂਹਾਨੀ ਬਲ ਸਾਡੇ ਵਿੱਚ ਹੋਣਾ ਜ਼ਰੂਰੀ ਹੈ, ਜਿਸ ਦੇ ਰਾਹੀਂ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਕਸ਼ ਕਦਮਾਂ ਤੇ ਚੱਲ ਸਕੇ ਅਤੇ ਸ਼ੈਤਾਨ ਦੀਆਂ ਰਾਹਾਂ ਤੋਂ ਅਸੀਂ ਦੂਰ ਰਹਿ ਸਕੇ ਅਤੇ ਉਹੀ ਪ੍ਰਭੂ ਯਿਸੂ ਮਸੀਹ ਦੇ ਸ਼ਕਤੀ ਦੇ ਰਾਹੀਂ, ਰੂਹ ਪਾਕ ਦੀ ਸ਼ਕਤੀ ਦੇ ਰਾਹੀਂ ਅਸੀਂ ਵੀ ਖੁਦਾ ਦੇ ਕੰਮ ਦੇ ਵਿੱਚ ਹਮੇਸ਼ਾ ਰੁੱਝੇ ਰਹਿ ਸਕੇ। ਸੋ ਪਿਆਰੇ ਬੱਚਿਓ,
ਇਹ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਇਹਨਾਂ ਸਾਰੇ ਅਜ਼ਮਾਇਸ਼ਾਂ ਦਾ ਮਹੱਤਤਾ ਹੈ। ਹੁਣ ਅਸੀਂ ਦੇਖਦੇ ਹਾਂ ਵਚਨ ਦੇ ਆਧਾਰਿਤ ਜੀਵਨ। ਸੱਚਮੁੱਚ ਜੇਕਰ ਇਹ ਰੂਹਾਨੀ ਬਲ ਯਾਨੀ ਸ਼ਕਤੀ ਹਾਸਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਮੈਨੂੰ ਵੀ ਤੁਹਾਨੂੰ ਵੀ ਪਵਿੱਤਰ ਵਚਨ ਦੇ ਵਿੱਚੋਂ ਸ਼ਕਤੀ ਹਾਸਲ ਕਰਨ ਦੀ ਲੋੜ ਹੈ। ਪਵਿੱਤਰ ਵਚਨ ਸਾਨੂੰ ਉਹ ਸ਼ਕਤੀ ਦਿੰਦੀ ਹੈ ਅਤੇ ਉਹ ਪਵਿੱਤਰ ਵਚਨ ਦੇ ਰਾਹੀਂ ਪ੍ਰਭੂ ਯਿਸੂ ਨੂੰ ਅਸੀਂ ਹੋਰ ਵੀ ਜਾਣਦੇ ਹਾਂ ਅਤੇ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਹਨਾਂ ਸਾਰੇ ਸ਼ੈਤਾਨ ਦੀਆਂ ਚਲਾਕੀਆਂ ਤੋਂ ਬਚ ਕੇ ਰਹਾ ਅਤੇ ਉਹਨਾਂ ਨੂੰ ਦੂਰ ਕਰਕੇ, ਉਹਨਾਂ ਨੂੰ ਖਤਮ ਕਰਕੇ ਹਮੇਸ਼ਾ ਖੁਦਾ ਬਾਪ ਦੇ ਮਰਜ਼ੀ ਉਸ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ। ਉਸ ਦੇ ਲਈ ਪਿਆਰਿਓ, ਅਸੀਂ ਵੀ ਪਵਿੱਤਰ ਵਚਨ ਦੇ ਵਿੱਚ ਸ਼ਕਤੀ ਹਾਸਲ ਕਰਨਾ ਜ਼ਰੂਰੀ ਹੈ। ਸੋ ਪਵਿੱਤਰ ਵਚਨ ਦੇ ਵਿੱਚ ਅਸੀਂ ਵੇਖਦੇ ਹਾਂ ਜ਼ਬੂਰ ਦੀ ਪੁਸਤਕ ਉਸ ਦਾ 119 ਅਧਿਆਇ ਦੇ 105ਵਾਂ ਆਇਤ ਦੇ ਵਿੱਚ ਵੇਖਦੇ ਹਾਂ, ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਲਈ ਲੋ ਹੈ। ਜੋ ਖੁਦਾ ਦਾ ਵਚਨ ਹੈ ਮੇਰੇ ਲਈ ਚਾਨਣ ਹੈ, ਮੇਰੇ ਲਈ ਦੀਪਕ ਹੈ, ਮੈਨੂੰ ਚਾਨਣ ਵਿਖਾਉਂਦਾ ਹੈ ਤੇ ਉਸ ਖੁਦਾ ਦੇ ਵਚਨ ਦੇ ਰਾਹੀਂ ਮੈਂ ਸੱਚੇ ਰਸਤੇ ਤੇ ਜਾ ਸਕਦਾ ਹਾਂ ਜਾਂ ਜਾ ਸਕਦੀ ਹਾਂ। ਸੋ ਪਵਿੱਤਰ ਵਚਨ ਨੂੰ ਸੁਣਨ ਵਾਲਾ, ਪਵਿੱਤਰ ਵਚਨ ਦੇ ਮੁਤਾਬਿਕ ਚੱਲਣ ਵਾਲਿਆਂ ਦਾ ਸਭ ਤੋਂ ਪਹਿਲਾ ਫਰਜ਼ ਇਹੀ ਹੈ ਕਿ ਅਸੀਂ ਸਾਰੇ ਪਵਿੱਤਰ ਵਚਨ ਮੇਰਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਵੀਕਾਰ ਕਰਨਾ ਅਤੇ ਉਸ ਵਚਨ ਦੇ ਮੁਤਾਬਿਕ ਅੱਗੇ ਚੱਲਣਾ ਹੈ ਅਤੇ ਕਦੀ ਵੀ ਅਸੀਂ ਭਟਕਣਾ ਨਹੀਂ ਚਾਹੀਦਾ। ਪਵਿੱਤਰ ਵਚਨ ਤੋਂ ਅਸੀਂ ਅਲੱਗ ਨਹੀਂ ਰਹਿਣਾ, ਕਿਉਂਕਿ ਪਵਿੱਤਰ ਵਚਨ ਸਾਨੂੰ ਇੱਕ ਰਸਤਾ ਵਿਖਾਇਆ ਹੈ। ਉਸ ਪਵਿੱਤਰ ਵਚਨ ਤੋਂ ਸ਼ਕਤੀ ਹਾਸਲ ਕਰੋ ਅਤੇ ਉਸ ਪਵਿੱਤਰ ਵਚਨ ਦੇ ਮੁਤਾਬਿਕ ਅੱਗੇ ਵਧੋ। ਸੋ ਅੱਜ ਦੇ ਇਸ ਅਧਿਆਇ ਦੇ ਵਿੱਚ ਇਹਨਾਂ ਸਾਰੇ ਟੌਪਿਕ ਦੇ ਬਾਰੇ ਅਸੀਂ ਸੁਣਿਆ, ਪੜ੍ਹਿਆ ਅਤੇ ਪ੍ਰਭੂ ਯਿਸੂ ਮਸੀਹ ਦੇ ਕਿਸ ਤਰ੍ਹਾਂ 3 ਤਰ੍ਹਾਂ ਦੇ ਅਜ਼ਮਾਇਸ਼ਾਂ ਹੋ ਗਿਆ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹੇ ਅਜ਼ਮਾਇਸ਼ਾਂ ਆਉਣਗੇ, ਇਹੋ ਜਿਹੇ ਪ੍ਰੀਖਿਆ ਆਉਣਗੇ, ਲੇਕਿਨ ਉਹਨਾਂ ਸਾਰਿਆਂ ਤੋਂ ਅਸੀਂ ਦੂਰ ਰਹਿਣ ਲਈ ਸਭ ਤੋਂ ਪਹਿਲਾਂ ਪਵਿੱਤਰ ਵਚਨ ਤੋਂ ਸ਼ਕਤੀ, ਰੂਹਾਨੀ ਬਲ ਹਾਸਲ ਕਰਨਾ ਜ਼ਰੂਰੀ ਹੈ। ਅੱਜ ਦਾ ਇਸ ਅਧਿਆਇ ਦਾ ਨਿਚੋੜ ਇਹੀ ਹੈ। ਸੋ ਪਿਆਰੇ ਬੱਚਿਓ, ਹੁਣ 6 ਸਵਾਲ ਜਵਾਬ ਹੈ ਇਸ ਅਧਿਆਇ ਦੇ ਵਿੱਚ। ਪਹਿਲਾ ਸਵਾਲ ਇਹੀ ਹੈ, ਪ੍ਰਭੂ ਯਿਸੂ ਮਸੀਹ ਨੇ ਆਪਣੀ ਸੇਵਕਾਈ ਤੋਂ ਪਹਿਲਾਂ ਕਿੰਨਾ ਸਮਾਂ ਰੋਜ਼ਾ ਰੱਖ ਕੇ ਦੁਆ ਕੀਤੀ? ਜਵਾਬ ਇਹੀ ਹੈ, 40 ਦਿਨ ਅਤੇ 40 ਰਾਤ। 40 ਦਿਨ ਅਤੇ 40 ਰਾਤ ਵਰਤ ਰੱਖ ਕੇ ਦੁਆ ਕੀਤੀ ਪ੍ਰਭੂ ਯਿਸੂ ਮਸੀਹ ਨੇ ਉਜਾੜ ਦੇ ਵਿੱਚ। ਸੋ ਇਹ ਜਵਾਬ ਹੈ। ਹੁਣ ਅਗਲਾ ਅਸੀਂ ਦੇਖਾਂਗੇ ਪ੍ਰਭੂ ਯਿਸੂ ਮਸੀਹ ਦਾ ਪ੍ਰੀਖਿਆ ਜਾਣਾ ਸਾਡੇ ਲਈ ਕੀ ਸੰਦੇਸ਼ ਦਿੰਦਾ ਹੈ। ਉਸ ਦਾ ਜਵਾਬ ਅਸੀਂ ਵੇਖਦੇ ਹਾਂ। ਪ੍ਰਭੂ ਯਿਸੂ ਦਾ ਪ੍ਰੀਖਿਆ ਜਾਣਾ ਇਸ ਟੌਪਿਕ ਦੇ ਵਿੱਚ ਜਿਹੜੇ ਦੂਜਾ ਪੈਰਾਗ੍ਰਾਫ ਹੈ ਉਹਦੇ ਵਿੱਚ ਇਸ ਦਾ ਜਵਾਬ ਹੈ। ਸੋ ਇਹ ਵੀ ਤੁਸੀਂ ਧਿਆਨ ਨਾਲ ਪੜ੍ਹ ਸਕਦੇ ਹੋ ਅਤੇ ਇਹਦਾ ਮਤਲਬ ਨੂੰ ਜਾਣ ਸਕਦੇ ਹੋ। ਤੀਸਰਾ ਸਵਾਲ ਇਹੀ ਹੈ, ਪ੍ਰਭੂ ਯਿਸੂ ਮਸੀਹ ਦੀ ਪਹਿਲੇ ਅਜ਼ਮਾਇਸ਼ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਪਹਿਲਾ ਅਜ਼ਮਾਇਸ਼ ਇਹੀ ਸੀ ਕਿ ਪ੍ਰਭੂ ਯਿਸੂ ਮਸੀਹ ਕੋਲ ਸ਼ੈਤਾਨ ਜਾ ਕੇ ਇਹੀ ਕਿਹਾ ਕਿ ਜੇਕਰ ਤੂੰ ਖੁਦਾ ਦਾ ਪੁੱਤਰ ਹੈ, ਇਹਨਾਂ ਪੱਥਰਾਂ ਨੂੰ ਕਹੋ ਰੋਟੀ ਬਣ ਜਾਣ। ਇਹ ਪਹਿਲਾ ਅਜ਼ਮਾਇਸ਼ ਹੈ। ਇਹਦੇ ਵਿੱਚੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ। ਇਸ ਅਜ਼ਮਾਇਸ਼ ਵਿੱਚ ਸ਼ੈਤਾਨ ਇਹ ਕੋਸ਼ਿਸ਼ ਕਰਦਾ ਹੈ ਕਿ ਪ੍ਰਭੂ ਯਿਸੂ ਖੁਦਾ ਦਾ ਬੇਟਾ ਹੋਣ ਦੇ ਨਾਤੇ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ, ਪੱਥਰਾਂ ਨੂੰ ਰੋਟੀ ਬਣਾ ਦੇਵੇ ਅਤੇ ਵਰਤ ਨੂੰ ਤੋੜੇ। ਉਸੇ ਤਰ੍ਹਾਂ ਇੱਕ ਹੋਰ ਜਵਾਬ ਹੈ, ਮਨੁੱਖ ਨਿਰਾ ਰੋਟੀ ਦੇ ਨਾਲ ਨਹੀਂ ਸਗੋਂ ਖੁਦਾ ਦੇ ਮੂੰਹੋਂ ਨਿਕਲਣ ਵਾਲੇ ਹਰ ਇੱਕ ਸ਼ਬਦ ਨਾਲ ਜਿਉਂਦਾ ਰਹੇਗਾ। ਪਹਿਲਾ ਹਿੱਸਾ ਸ਼ੈਤਾਨ ਵੱਲੋਂ, ਦੂਸਰਾ ਹਿੱਸਾ ਪ੍ਰਭੂ ਯਿਸੂ ਮਸੀਹ ਉਸ ਨੂੰ ਇੱਕ ਜਵਾਬ ਦਿੰਦਾ ਹੈ। ਸੋ ਇਹਦੇ ਬਾਰੇ ਵੀ ਤੁਸੀਂ ਧਿਆਨ ਨਾਲ ਪੜ੍ਹਨਾ। ਅਗਲਾ ਸਵਾਲ ਇਹੀ ਹੈ, ਪ੍ਰਭੂ ਯਿਸੂ ਮਸੀਹ ਦੀ ਦੂਜੀ ਅਜ਼ਮਾਇਸ਼ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਦੂਜੀ ਅਜ਼ਮਾਇਸ਼ ਇਹੀ ਸੀ ਕਿ ਇਹ ਅਜ਼ਮਾਇਸ਼ ਵਿੱਚ ਸ਼ੈਤਾਨ ਚਾਹੁੰਦਾ ਸੀ ਕਿ ਪ੍ਰਭੂ ਯਿਸੂ ਖੁਦਾ ਦੀ ਆਰਾਧਨਾ ਕਰਨ ਦੀ ਬਜਾਏ ਉਸ ਨੂੰ ਝੁਕ ਕੇ ਸਿਜਦਾ ਕਰੇ। ਉਹਨਾਂ ਨੇ ਇੱਕ ਕਾਫੀ ਉੱਚੇ ਥਾਂ ਤੇ ਲੈ ਕੇ ਗਏ ਅਤੇ ਉਹਨਾਂ ਨੂੰ ਦੁਨੀਆ ਦੇ ਸੰਸਾਰ ਦੇ ਸਭ ਕੁਝ ਵਿਖਾਇਆ ਅਤੇ ਇਹ ਕਿਹਾ ਤੁਸੀਂ ਮੇਰੇ ਸਿਜਦਾ ਕਰੋ, ਬਾਕੀ ਇਹ ਸਭ ਕੁਝ ਮੈਂ ਤੁਹਾਨੂੰ ਦੇਵਾਂਗਾ। ਸ਼ੈਤਾਨ ਦੇ ਅਜ਼ਮਾਇਸ਼ ਇਹ ਸੀ ਅਤੇ ਇਹ ਅਜ਼ਮਾਇਸ਼ ਦੇਣ ਦੇ ਰਾਹ ਵੀ ਇਸ ਪ੍ਰੀਖਿਆ ਕਰਨ ਦੇ ਬਾਵਜੂਦ ਵੀ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ ਤੁਸੀਂ ਕਦੀ ਵੀ ਖੁਦਾ ਦੀ ਪ੍ਰੀਖਿਆ ਨਹੀਂ ਕਰਨੀ, ਖੁਦਾ ਦੀ ਪ੍ਰੀਖਿਆ ਕਦੀ ਨਹੀਂ ਕਰਨੀ। ਸੋ ਪਿਆਰੇ ਬੱਚਿਓ, ਇਹ ਜਿਹੜੇ ਸਵਾਲ ਹੈ, ਚੌਥਾ ਸਵਾਲ ਦੇ ਜਵਾਬ ਪ੍ਰਭੂ ਯਿਸੂ ਦੀ ਦੂਜੀ ਅਜ਼ਮਾਇਸ਼ ਉਹਦੇ ਵਿੱਚ ਦੂਜੇ ਪੈਰਾਗ੍ਰਾਫ ਦੇ ਵਿੱਚ ਲਿਖਿਆ ਹੋਇਆ ਹੈ। ਸੋ ਉਹ ਵੀ ਤੁਸੀਂ ਧਿਆਨ ਨਾਲ ਪੜ੍ਹ ਸਕਦੇ ਹੋ। ਅਤੇ ਆਖਿਰ ਵਿੱਚ ਇੱਕ ਹੋਰ ਜਵਾਬ ਹੈ,
ਸਾਡਾ ਪ੍ਰਭੂ ਯਿਸੂ ਆਪਣੀ ਦੂਸਰੀ ਅਜਮਾਇਸ਼ ਦੁਆਰਾ ਹਰ ਮਸੀਹੀ ਨੂੰ ਇੱਕ ਖੁਦਾ ਦੀ ਆਰਾਧਨਾ ਕਰਨ ਲਈ ਸਿਖਾਉਂਦਾ ਹੈ। ਸੋ ਇਹ ਪ੍ਰਭੂ ਯਿਸੂ ਵੱਲੋਂ ਸਾਨੂੰ ਸੰਦੇਸ਼ ਮਿਲਦਾ ਹੈ। ਪੰਜਵਾਂ ਸਵਾਲ ਇਹੀ ਹੈ, ਪ੍ਰਭੂ ਯਿਸੂ ਮਸੀਹ ਦੀ ਤੀਜੀ ਅਜਮਾਇਸ਼ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਤੀਜੀ ਅਜਮਾਇਸ਼ ਇਹੀ ਸੀ ਕਿ ਪ੍ਰਭੂ ਯਿਸੂ ਮਸੀਹ ਨੂੰ ਸ਼ੈਤਾਨ ਨੇ ਯਰੂਸ਼ਲਮ ਲੈ ਗਿਆ ਅਤੇ ਹੈਕਲ ਦੇ ਬੁਰਜ ਦੇ ਟੀਸੀ ਉੱਤੇ ਖੜਾ ਕਰ ਦਿੱਤਾ ਅਤੇ ਉਸ ਨੂੰ ਕਿਹਾ, ਜੇਕਰ ਤੂੰ ਖੁਦਾ ਦੇ ਪੁੱਤਰ ਹੈ ਤਾਂ ਆਪਣੇ ਆਪ ਨੂੰ ਥੱਲੇ ਡੇਗਣ ਦੇ ਲਈ ਕਹਿੰਦਾ ਹੈ। ਅਤੇ ਉੱਥੇ ਖੁਦਾ ਦੇ ਫਰਿਸ਼ਤੇ ਆਣ ਕੇ ਉਹਨਾਂ ਨੂੰ ਸੰਭਾਲਣਗੇ। ਸੋ ਇਸ ਅਜਮਾਇਸ਼ ਦੇ ਰਾਹੀਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸ਼ੈਤਾਨ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੀ ਪ੍ਰੀਖਿਆ ਕੀਤੀ ਤੇ ਕਿਸ ਤਰ੍ਹਾਂ ਤੀਸਰੇ ਅਜਮਾਇਸ਼ ਦੁਆਰਾ ਸ਼ੈਤਾਨ ਕੋਸ਼ਿਸ਼ ਕਰਦਾ ਹੈ ਕਿ ਪ੍ਰਭੂ ਯਿਸੂ ਖੁਦਾ ਨੂੰ ਪਰਖੇ। ਪ੍ਰਭੂ ਯਿਸੂ ਹਰ ਅਜਮਾਇਸ਼ ਦੀ ਖੜੀ ਵਚਨ ਦਾ ਹਵਾਲਾ ਲੈ ਰਿਹਾ ਸੀ। ਸ਼ੈਤਾਨ ਵੀ ਵਚਨ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ। ਸੋ ਇਸ ਦੇ ਜਵਾਬ ਜਿਹੜੇ ਪਹਿਲਾ ਪੈਰਾਗ੍ਰਾਫ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ। 6ਵਾਂ ਸਵਾਲ ਇਹ ਹੈ, ਪ੍ਰਭੂ ਯਿਸੂ ਦੀਆਂ ਅਜਮਾਇਸ਼ਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ? ਪ੍ਰਭੂ ਯਿਸੂ ਮਸੀਹ ਇਹਨਾਂ ਅਜਮਾਇਸ਼ਾਂ ਦੇ ਰਾਹੀਂ ਆਪਣੀ ਰੂਹਾਨੀ ਬਲ ਦੇ ਕਰਕੇ ਇਸ ਤੋਂ ਬਚ ਕੇ ਰਿਹਾ ਅਤੇ ਖੁਦਾ ਦੇ ਕੰਮ ਦੇ ਵਿੱਚ ਅੱਗੇ ਵਧਿਆ। ਹੁਣ ਮੇਰਾ ਵੀ ਤੁਹਾਡਾ ਵੀ ਫਰਜ਼ ਹੈ ਕਿ ਰੂਹਾਨੀ ਤੌਰ 'ਤੇ ਬਲ ਸ਼ਕਤੀ ਹਾਸਲ ਕਰਨੀ ਹੈ। ਪਵਿੱਤਰ ਵਚਨ ਪੜ੍ਹਨ ਦੇ ਰਾਹੀਂ, ਸਾਕਰਮੈਂਟਾਂ ਗ੍ਰਹਿਣ ਕਰਨ ਦੇ ਰਾਹੀਂ ਅਸੀਂ ਉਸ ਸ਼ਕਤੀ ਨੂੰ ਹਾਸਲ ਕਰਨਾ ਹੈ ਅਤੇ ਅੱਗੇ ਵਧਣਾ ਜ਼ਰੂਰੀ ਹੈ। ਸੋ ਪਿਆਰੇ ਬੱਚਿਓ, ਅੱਜ ਦਾ ਤੀਜਾ ਅਧਿਆਇ ਅਸੀਂ ਪੜ੍ਹ ਚੁੱਕੇ ਹਾਂ ਅਤੇ ਨਾਲੋਂ ਨਾਲ ਉਸ ਦੇ ਸਵਾਲ ਜਵਾਬ ਵੀ ਦੇਖ ਚੁੱਕੇ ਹਾਂ। ਹੁਣ ਤੁਹਾਡਾ ਫਰਜ਼ ਹੈ ਕਿ ਤੁਸੀਂ ਵੀ ਅੱਜ ਦੇ ਇਸ ਅਧਿਆਇ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹਨਾ ਅਤੇ ਪ੍ਰਭੂ ਯਿਸੂ ਮਸੀਹ ਦੇ 3 ਅਜਮਾਇਸ਼ਾਂ ਦੇ ਬਾਰੇ ਪੜ੍ਹੋ ਅਤੇ ਅੱਜ ਉਹੀ ਅਜਮਾਇਸ਼ਾਂ ਮੇਰੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਹੁੰਦੇ ਆ ਅਤੇ ਉਸੇ ਤਰ੍ਹਾਂ ਇਹਨਾਂ ਸਾਰੇ ਅਜਮਾਇਸ਼ਾਂ ਤੋਂ ਦੂਰ ਰਹਿਣ ਲਈ ਮੈਂ ਕਿਸ ਤਰ੍ਹਾਂ ਸ਼ਕਤੀ ਹਾਸਲ ਕਰ ਸਕਦੇ ਹਾਂ, ਇਸ ਦੇ ਬਾਰੇ ਮਨੋਚਿੰਤਨ ਕਰੋ। ਸੋ ਆਈਏ ਅਸੀਂ ਹੁਣ ਆਪਣੇ ਆਪ ਨੂੰ ਤਿਆਰ ਕਰਾਂਗੇ। ਨਾਲੋਂ ਨਾਲ ਅਗਲੇ ਹਫਤੇ ਦੇ ਵਿੱਚ ਹੋਰ ਨਵਾਂ ਟੌਪਿਕ ਨੂੰ ਲੈ ਕੇ ਮੈਂ ਆਵਾਂਗਾ। ਸੋ ਤਿਆਰ ਰਹੋ, ਅਸੀਂ ਅਗਲੇ ਹਫਤੇ ਮਿਲਾਂਗੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਪ੍ਰਦਾਨ ਕਰੇ।